अस्सलाम वालेकुम नाज़रीन, ਤੁਹਾਡਾ ਦੋਸਤ ਤੁਹਾਡਾ ਹੋਸਟ ਅਲੀ ਇਮਰਾਨ ਬੋਦਲਾ ਇਨੋਵੇਸ਼ਨ ਵਰਲਡ ਟੀਵੀ ਤੋਂ ਤੁਹਾਡੀ ਖਿਦਮਤ ਵਿੱਚ ਹਾਜ਼ਰ ਹਾਂ। ਅੱਜ ਅਸੀਂ ਆਪਣੇ ਆਫਿਸ ਵਿੱਚ ਬਹਿ ਕੇ ਇੱਕ ਛੋਟੀ ਜਿਹੀ ਬਹਿਸ ਛੇੜੀ ਬੈਠੇ ਸਾਂ ਵੀ ਸਾਡੀ ਫਿਲਮ ਇੰਡਸਟਰੀ ਬੇਸਿਕ ਸਾਡਾ ਤਾਲੁਕ ਲਾਹੌਰ ਫਿਲਮ ਇੰਡਸਟਰੀ ਤੋਂ ਹੈ ਅਤੇ ਸਾਡੀ ਅੱਜ ਦੀ ਬਹਿਸ ਵੀ ਇਸੇ ਟੌਪਿਕ 'ਤੇ ਹੋ ਰਹੀ ਸੀ ਕਿ ਫਿਲਮ ਇੰਡਸਟਰੀ ਆਖਰ ਜ਼ਵਾਲ ਦਾ ਸ਼ਿਕਾਰ ਕਿਉਂ ਹੋ ਗਈ। ਅਤੇ ਜਦੋਂ ਅਸੀਂ ਸਾਡੀ ਇਹ ਬਹਿਸ ਜ਼ਿਆਦਾ ਉਹ ਆਪਣੇ ਉਸ ਇਨੀਸ਼ੀਅਲ ਸਟੇਟ ਤੋਂ ਲੈ ਕੇ ਤੇ ਉੱਤੇ ਤੱਕ ਪਹੁੰਚੀ ਤੇ ਸਾਡੇ ਭਰਾਵਾਂ ਦਾ ਇਹੀ ਆਪਸ ਵਿੱਚ ਮਸ਼ਵਰਾ ਬਣਿਆ ਕਿ ਯਾਰ ਅਸੀਂ ਇਸ ਚੀਜ਼ ਨੂੰ ਨਾ ਔਨ ਏਅਰ ਕਰੀਏ ਆਪਣੇ, ਕਿਉਂਕਿ ਅਸੀਂ ਆਮ ਆਵਾਮ ਅਸੀਂ ਤੁਸੀਂ ਅਤੇ ਤੁਸੀਂ ਅਸੀਂ ਜੀ, ਅਤੇ ਸਾਡਾ ਦਿਲ ਕੀਤਾ ਹੈ ਕਿ ਅਸੀਂ ਜੋ ਇੰਡਸਟਰੀ ਦੇ ਵਿੱਚ ਹੋ ਰਿਹਾ ਹੈ ਅਸੀਂ ਆਮ ਆਵਾਮ ਤੱਕ ਪਹੁੰਚਾਈਏ ਉਸ ਸਾਰੀ ਗੱਲ। ਅਤੇ ਇਸੇ ਹਵਾਲੇ ਦੇ ਨਾਲ ਮੈਂ ਕੋਈ ਐਂਕਰ, ਮੈਂ ਕੋਈ ਹੋਸਟ, ਕੋਈ ਐਨਾਲਿਸਟ ਨਹੀਂ ਹਾਂ, ਇੱਕ ਟੈਕਨੀਸ਼ੀਅਨ ਹਾਂ, ਕੈਮਰਾਮੈਨ ਹਾਂ, ਅਤੇ ਇਹ ਮੇਰੇ ਕਲੀਗਸ ਨੇ। ਜਿਹੜੀਆਂ ਕੁਛ ਗੱਲਾਂ ਜਿਹੜੀਆਂ ਇਸ ਸਾਡੀ ਇੰਡਸਟਰੀ ਦੇ ਵਿੱਚ ਕ੍ਰਾਈਸਿਸ ਦਾ ਸ਼ਿਕਾਰ ਬਣੀਆਂ ਨੇ, ਉਹਨਾਂ ਚੀਜ਼ਾਂ ਨੂੰ ਉਜਾਗਰ ਕਰਨ ਵਾਸਤੇ, ਉਹਨਾਂ ਚੀਜ਼ਾਂ 'ਤੇ ਰੋਸ਼ਨੀ ਪਾਉਣ ਵਾਸਤੇ ਥੋੜ੍ਹਾ ਜਿਹਾ ਟਾਈਮ ਆਪਣੇ ਦੋਸਤਾਂ ਦਾ, ਆਪਣੇ ਵਿਊਅਰਸ ਦਾ, ਜਿਹੜੇ ਗਾਇਜ਼ ਸਾਨੂੰ ਦੇਖ ਰਹੇ ਨੇ ਉਹਨਾਂ ਦਾ ਚਾਹੀਦਾ। ਅਤੇ ਗੱਲ ਕਰਨ ਦਾ ਮਕਸਦ ਇਹ ਕਿ ਇੰਡਸਟਰੀ ਦੇ ਵਿੱਚ ਇੱਕ ਅਰਸਾ ਦਰਾਜ਼ ਤੋਂ ਪਾਕਿਸਤਾਨ ਫਿਲਮ ਇੰਡਸਟਰੀ, ਲਾਲੀਵੁੱਡ ਜਿਹਨੂੰ ਅਸੀਂ ਕਹਿੰਦੇ, ਸਟਾਰਟ ਤੋਂ ਲੈ ਕੇ ਅਸੀਂ ਉਹਨੂੰ ਦੇਖ ਰਹੇ ਹਾਂ ਕਿ ਬੜੀਆਂ ਬੁਲੰਦੀਆਂ ਤੱਕ ਗਈ। ਬੜੇ ਐਕਟਰ ਜਿਨ੍ਹਾਂ ਨੇ ਇੱਥੇ ਆ ਕੇ ਆਪਣੀ ਜ਼ਿੰਦਗੀ ਦੇ ਆਗਾਜ਼ ਕੀਤਾ, ਬੜੇ ਟੈਕਨੀਸ਼ੀਅਨ ਇੱਥੇ ਆਏ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦਾ ਇੱਥੋਂ ਸਟਾਰਟ ਲਿਆ। ਇਸੇ ਤਰ੍ਹਾਂ ਸਾਡੇ ਵਰਗੇ ਟੈਕਨੀਸ਼ੀਅਨ ਵੀ ਇੱਥੇ ਆਏ ਪਾਕਿਸਤਾਨ, ਇੱਥੇ ਪੰਜਾਬ ਲਾਹੌਰ ਦੇ ਵਿੱਚ ਆਪਣਾ ਮੁਕਾਮ ਬਣਾਉਣ ਵਾਸਤੇ, ਆਪਣਾ ਨਾਮ ਬਣਾਉਣ ਵਾਸਤੇ ਅਤੇ ਆਪਣੇ ਮੁਲਕ ਦਾ ਨਾਮ ਰੋਸ਼ਨ ਕਰਨ ਵਾਸਤੇ। ਲੇਕਿਨ ਅਸੀਂ ਕੁਛ ਅਰਸੇ ਤੋਂ ਐਸੇ ਕ੍ਰਾਈਸਿਸ ਦਾ ਸ਼ਿਕਾਰ ਹੋ ਗਏ ਹਾਂ ਕਿ ਇੱਕ ਜਗ੍ਹਾ 'ਤੇ ਸਟਿਲ ਹੋ ਕੇ ਬਹਿ ਗਏ। ਅਤੇ ਇਹ ਕ੍ਰਾਈਸਿਸ ਕਿਉਂ ਆਇਆ? ਸਾਡੇ ਨਜ਼ਰ ਦੇ ਵਿੱਚ ਜਾਂ ਸਾਡੇ ਦਿਮਾਗ ਦੇ ਵਿੱਚ ਜੋ ਆਈਡੀਆ ਜਾਂ ਜੋ ਗੱਲਾਂ ਹੈਗੀਆਂ ਨੇ ਵੀ ਇਹ ਇੰਡਸਟਰੀ ਜ਼ਵਾਲ ਦਾ ਸ਼ਿਕਾਰ ਕਿਉਂ ਹੋ ਗਈ, ਉਹ ਅਸੀਂ ਆਪਣੀ ਆਵਾਮ ਦੇ ਨਾਲ, ਆਪਣੇ ਦੋਸਤਾਂ ਦੇ ਨਾਲ ਸ਼ੇਅਰ ਕਰਨਾ ਚਾਹਾਂਗੇ। ਅਤੇ ਮੇਰੇ ਨਾਲ ਆਮਿਰ ਸਲਾਮਤ ਨੇ ਜੀ, DOP ਨੇ, ਕੈਮਰਾਮੈਨ ਨੇ, ਅਤੇ ਅਲੀ ਰਜ਼ਾ ਇਸਲਾਮ ਚੌਧਰੀ ਸਾਹਿਬ ਨੇ ਮੇਰੇ ਨਾਲ, ਇਹ ਵੀ DOP ਨੇ, ਕੈਮਰਾਮੈਨ ਨੇ। ਪਾਕਿਸਤਾਨ ਫਿਲਮ ਇੰਡਸਟਰੀ, ਲਾਹੌਰ ਫਿਲਮ ਇੰਡਸਟਰੀ ਬੁਹਰਾਨ ਦਾ ਅਤੇ ਕ੍ਰਾਈਸਿਸ ਦਾ ਸ਼ਿਕਾਰ ਕਿਉਂ ਹੋ ਗਈ? ਅਸੀਂ ਚੱਲਦੇ ਹਾਂ ਆਮਿਰ ਭਾਈ ਵੱਲੇ ਅਤੇ ਆਮਿਰ ਭਾਈ ਦੇ ਜਿਹੜੇ ਵਿਊਜ਼ ਨੇ ਉਹ ਤੁਹਾਨੂੰ ਦਿੰਦੇ ਹਾਂ ਜੀ। ਜੀ ਆਮਿਰ ਸਾਹਿਬ ਜੀ, ਥੈਂਕ ਯੂ ਅਲੀ ਭਾਈ। ਸਭ ਤੋਂ ਪਹਿਲੇ ਤਾਂ ਸਭ ਨਾਜ਼ਰੀਨ ਨੂੰ ਮੇਰੇ ਵੱਲੋਂ ਸਲਾਮ। ਅਤੇ ਸੈਕੰਡਲੀ ਤੁਸੀਂ ਸਰ ਇਸ਼ੂ ਬੜਾ ਵੱਡਾ ਛਿੜ ਬੈਠੇ ਜੀ। ਬਸ ਅਤੇ ਮਤਲਬ ਕੋਈ ਇਹਦੇ 'ਤੇ ਸੋਚਿਆ ਤਾਂ ਸ਼ਾਇਦ ਹਰ ਉਹ ਬੰਦਾ ਜਿਹੜਾ ਕਿ ਫਿਲਮ ਨਾਲ ਵਾਬਸਤਾ ਹੈ ਉਹ ਇਹਦੇ ਬਾਰੇ ਸੋਚਦਾ ਹੋਏਗਾ ਜੀ ਜੀ, ਲੇਕਿਨ ਪਤਾ ਨਹੀਂ ਕੋਈ ਗੌਰ ਨਹੀਂ ਕਰਦਾ, ਕੋਈ ਇਹਦੇ 'ਤੇ ਗੱਲ ਨਹੀਂ ਕਰਦਾ ਇਸ ਬਾਰੇ। ਅਤੇ ਦੂਸਰਾ ਇੱਕ ਅੱਛਾ ਇੱਕ ਆਈਡੀਆ ਲਿਆ ਕਿ ਸਾਨੂੰ ਇਹਦੇ ਉੱਤੇ ਗੱਲ ਕਰਨੀ ਚਾਹੀਦੀ ਹੈ। ਜੀ ਜੀ ਜ਼ਰੂਰ ਹੈ ਜੀ। ਸੈਕੰਡਲੀ ਅਸੀਂ ਕੋਈ ਨਾ ਤਾਂ ਕੋਈ ਐਡਾ ਤਜਜ਼ੀਆ ਨਹੀਂ ਕਰ ਰਹੇ, ਠੀਕ ਹੈ, ਨਾ ਅਸੀਂ ਕੋਈ ਐਨਾਲਿਸਟਾਂ, ਜਰਨਲਿਸਟਾਂ, ਠੀਕ, ਅਸੀਂ ਇੱਕ ਆਮ ਆਵਾਮ ਹਾਂ। ਅਤੇ ਇੱਕ ਆਮ ਆਵਾਮ ਕੀ ਸੋਚਦੀ ਹੈ ਅੱਜ ਬਾਰੇ, ਯਾਨੀ ਕਿ ਅਸੀਂ ਉਹ ਲੋਕ ਨਹੀਂ ਜਿਹੜੇ ਤਜਜ਼ੀਏ ਕਰਾਂਗੇ, ਅਸੀਂ ਉਹ ਲੋਕ ਆ ਜਿਹਨਾਂ ਆਪਣੀ ਅੱਖਾਂ ਨਾਲ ਉਹ ਸਟੂਡੀਓ ਦੇ ਹਾਲ ਵੇਖੇ ਨੇ। ਜੀ ਜੀ, ਠੀਕ ਹੈ, ਕਿ ਅਸੀਂ ਉਹਦੀਆਂ ਰੌਣਕਾਂ ਵੇਖੀਆਂ ਨੇ ਕਿ ਉੱਥੇ ਦੂਰ ਦਰਾਜ਼ ਇਲਾਕਿਆਂ 'ਚੋਂ ਲੋਕ ਆਉਂਦੇ ਸੀ, ਠੀਕ ਹੈ, ਆਪਣੇ ਹੀਰੋ ਜਿਹੜੇ ਉਹਨਾਂ ਨੂੰ ਪਸੰਦ ਸਨ, ਉਹਨਾਂ ਦੀ ਸਿਰਫ ਇੱਕ ਝਲਕ ਵੇਖਣ ਵਾਸਤੇ ਉਹ ਲਾਈਨਾਂ 'ਚ ਲੱਗ ਰਹਿੰਦੇ ਸੀ, ਧੁੱਪਾਂ 'ਚ ਖਲੋਤੇ ਰਹਿੰਦੇ ਸੀ, ਸਿਰਫ ਇੱਕ ਝਲਕ ਵੇਖਣ ਵਾਸਤੇ। ਉਹ ਅਰੂਜ ਅਸੀਂ ਵੇਖਿਆ ਉਹਦਾ, ਠੀਕ ਹੈ। ਅਤੇ ਹੁਣ ਅਸੀਂ ਉਹ ਜ਼ਵਾਲ ਵੇਖ ਰਹੇ ਹਾਂ ਕਿ ਉੱਥੇ ਹੈ ਹੀ ਕੋਈ ਨਹੀਂ, ਉੱਲੂ ਬੋਲ ਜਾਂਦੇ ਹਾਂ, ਅਸੀਂ ਉੱਲੂ ਬੋਲ ਰਹੇ ਨੇ, ਠੀਕ ਹੈ। ਅਤੇ ਇਹ ਦੇਖੋ ਕੁਦਰਤ ਦਾ ਇੱਕ ਕਾਨੂੰਨ ਤਾਂ ਹੈ ਕਿ ਹਰ ਅਰੂਜ ਨੂੰ ਜ਼ਵਾਲ ਹੈ, ਲੇਕਿਨ ਉਹ ਅਰੂਜ ਤੱਕ ਪਹੁੰਚਣਾ ਚਾਹੀਦਾ ਹੈ। ਜੀ ਬਿਲਕੁਲ, ਤੁਸੀਂ ਸਹੀ ਕਹਿ ਰਹੇ ਜੀ ਆਮਿਰ ਸਾਹਿਬ। ਅਤੇ ਤੁਹਾਡੀ ਫਿਲਮ ਇੰਡਸਟਰੀ, ਲਾਹੌਰ ਫਿਲਮ ਇੰਡਸਟਰੀ, ਅਰੂਜ ਨੂੰ ਜ਼ਵਾਲ ਹੈ, ਜ਼ਵਾਲ ਨੂੰ ਅਰੂਜ ਵੀ ਹੈ, ਉਸ ਸਟੇਜ 'ਤੇ ਪਹੁੰਚੀ ਨਹੀਂ ਜੀ ਜੀ, ਕਿ ਜਿਹਨੂੰ ਤੁਸੀਂ ਕਹਿੰਦੇ ਹੋ ਨਾ ਅਰੂਜ, ਟੌਪ, ਉਹ ਟੌਪ ਤੋਂ ਪਹੁੰਚਣ ਤੋਂ ਪਹਿਲੇ ਜ਼ਵਾਲ ਦਾ ਸ਼ਿਕਾਰ ਹੋ ਗਈ। ਉਹ ਕੋਈ ਵੀ ਚੀਜ਼ ਅਗਰ ਜ਼ਵਾਲ ਦਾ ਸ਼ਿਕਾਰ ਹੁੰਦੀ ਹੈ ਨਾ ਅਲੀ ਭਾਈ, ਅਤੇ ਉਹਦੇ ਪਿੱਛੇ ਇੱਕ ਰੀਜ਼ਨ ਜਾਂ ਦੋ ਰੀਜ਼ਨ ਜਾਂ ਤਿੰਨ ਰੀਜ਼ਨਾਂ ਨਹੀਂ ਹੁੰਦੀਆਂ, ਉਹਦੇ ਪਿੱਛੇ ਕਈ ਹਜ਼ਾਰ ਰੀਜ਼ਨਾਂ ਹੁੰਦੀਆਂ। ਕਈ
ਕਈ ਐਸੇ ਬੰਦੇ ਉਹਦੇ 'ਚ ਆਪਣਾ ਰੋਲ ਪਲੇ ਕਰ ਰਹੇ ਹੁੰਦੇ ਨੇ, ਅਗਰ ਉਹਨੂੰ ਅਪ ਕਰਨ ਵਾਸਤੇ ਰੋਲ ਪਲੇ ਹੁੰਦਾ ਹੈ ਨਾ, ਤੇ ਉਹਨੂੰ ਡਾਊਨਫਾਲ ਕਰਨ ਵਾਸਤੇ ਵੀ ਰੋਲ ਪਲੇ ਹੁੰਦਾ ਹੈ, ਤੇ ਕਈ ਲੋਕਾਂ ਦਾ ਹੁੰਦਾ ਹੈ। ਸਭ ਤੋਂ ਪਹਿਲੀ ਗੱਲ ਤੇ ਤੁਹਾਡੇ ਕੋਲ ਇਹ ਹੋਈ ਹੈ ਕਿ ਇੱਥੇ ਤੁਹਾਡੇ ਕੋਲ ਹੁਣ ਹਰ ਬੰਦਾ ਕਹਿੰਦਾ ਹੈ ਕਿ ਜੀ ਇਨਵੈਸਟਰ ਕਰਾਚੀ ਸ਼ਿਫਟ ਹੋ ਗਿਆ, ਲਾਹੌਰ 'ਚ ਜਿਹੜਾ ਨਾ ਉਹ ਇਨਵੈਸਟਰ ਲਾਹੌਰ ਤੋਂ ਨਸ ਗਿਆ। ਮੈਂ ਕਹਿੰਦਾ ਕਿ ਇਨਵੈਸਟਰ ਨਹੀਂ ਨਸਿਆ, ਇਨਵੈਸਟਰ ਇੱਥੇ ਹੀ। ਇਨਵੈਸਟਰ ਕਿਸ ਤਰ੍ਹਾਂ ਨਹੀਂ ਨਸਿਆ? ਅਗਰ ਇਨਵੈਸਟਰ ਨਸਿਆ ਹੁੰਦਾ ਤੇ ਉਹ ਸਿਨੇਮਾ ਹਾਲ ਬੰਦ ਕਰਕੇ ਸ਼ਾਦੀ ਘਰ ਨਾ ਬਣਾਉਂਦਾ। ਬਿਲਕੁਲ ਠੀਕ, ਠੀਕ ਹੈ, ਬਿਲਕੁਲ ਠੀਕ। ਸਿਨੇਮਾ ਹਾਲ ਬੰਦ ਕਰਕੇ ਤੇ ਉਹ ਉੱਥੇ ਪਲਾਜ਼ੇ ਨਾ ਬਣਾਉਂਦਾ, ਉਹ ਉੱਥੇ ਸੁਪਰ ਮਾਰਕੀਟਾਂ ਨਾ ਬਣਾਉਂਦਾ। ਤੁਹਾਡੇ ਕਹਿਣ ਦਾ ਮਕਸਦ ਇਹ ਵੀ ਜਿਹੜੇ ਸਾਡੇ ਫਿਲਮ ਇੰਡਸਟਰੀ ਦੇ ਇਨਵੈਸਟਰ ਸਨ, ਪ੍ਰੋਡਿਊਸਰ, ਉਹ ਆਪਣੀ ਜਿਹੜਾ ਇਹ ਮਾਮਲਾ ਛੱਡ ਕੇ, ਇੰਡਸਟਰੀ ਨੂੰ ਛੱਡ ਕੇ, ਤੇ ਉਹਨਾਂ ਨੇ ਆਪਣਾ ਸ਼ਿਫਟ ਕਿਸੇ ਦੂਸਰੀ ਇੰਡਸਟਰੀ ਵੱਲੇ ਕਰ ਲਿਆ ਹੈਗਾ। ਸਰ ਬੇਸਿਕਲੀ ਜਿਹੜਾ ਸ਼ਿਫਟ ਹੋਇਆ ਨਾ, ਠੀਕ ਹੈ, ਉਹ ਉਹਨਾਂ ਦਾ ਇਤਮਾਦ ਸੀ, ਉਹਨਾਂ ਦਾ ਇਤਬਾਰ ਇੱਥੋਂ ਚਲਾ ਗਿਆ ਫਿਲਮ ਇੰਡਸਟਰੀ ਦੇ ਲੋਕਾਂ ਤੋਂ। ਠੀਕ ਹੈ, ਫਿਲਮੀ ਲੋਕਾਂ ਤੋਂ, ਜਿਨ੍ਹਾਂ 'ਚ ਮੈਂ ਕਿਸੇ ਦਾ ਨਾਂ ਨਹੀਂ ਲੈਂਦਾ, ਲੇਕਿਨ ਉਹਨਾਂ ਲੋਕਾਂ ਤੋਂ ਇਤਬਾਰ ਉੱਠ ਗਿਆ। ਕਾਰੋਬਾਰ ਬਿਜ਼ਨਸ ਹੁੰਦਾ ਇਤਬਾਰ ਦੇ ਸਿਰ ਤੇ, ਉਹਨਾਂ ਦਾ ਇੱਥੋਂ ਇਤਬਾਰ ਉੱਠ ਗਿਆ। ਕੋਈ ਬੰਦਾ ਵੀ ਉਹ ਜਦੋਂ ਕਿਸੇ ਵੀ ਇੱਕ ਬੰਦਾ, ਅਗਰ ਇੱਕ ਬੰਦਾ ਹੈ ਨਾ, ਇੱਕ ਬੰਦੇ ਨਾਲ ਤੁਸੀਂ 100 ਬੰਦਾ ਕਾਊਂਟ ਕਰੋ, ਅਗਰ ਇੱਕ ਬੰਦੇ ਨੂੰ ਤੁਸੀਂ ਧੋਖਾ ਦੇ ਦਿੱਤਾ ਹੈ ਨਾ, ਠੀਕ ਹੈ, ਉਹਨੂੰ ਤੁਸੀਂ ਸਟੂਡੀਓ 'ਚ ਲਿਆ ਕੇ ਉਹਨੂੰ ਤੁਸੀਂ ਰੰਗੀਨ ਸੁਪਨੇ ਵਿਖਾਏ ਨੇ ਦਿਖਾ ਕੇ, ਠੀਕ ਹੈ, ਤੇ ਫਿਰ ਮਹੀਨੇ ਬਾਅਦ ਤੁਸੀਂ ਲਗਾਤਾਰ ਉਹਨੂੰ ਹਰ ਪਾਸੇ ਜਗਮਗ ਵਿਖਾਈ ਹੈ ਜੀ, ਜੀ ਫਲਾਂ ਵੀ ਆ ਰਿਹਾ, ਟਮਕਾ ਵੀ ਆ ਰਿਹਾ, ਸ਼ੂਟ ਹੋ ਰਿਹਾ ਜੀ, ਠੀਕ ਹੈ, ਮਹੀਨੇ ਬਾਅਦ ਤੁਸੀਂ ਉਹਨੂੰ ਜਿਹੜਾ ਨਾ ਇੱਕ ਲੰਬੀ ਸਟੇ ਦੇ ਦਿੱਤਾ ਹੈ, ਠੀਕ ਹੈ, ਜਾਂ ਸਿਰਫ ਟਰੱਕ ਦੀ ਬੱਤੀ ਪਿੱਛੇ ਲਾ ਕੇ ਤੇ ਛੱਡ ਦਿੱਤਾ ਹੈ। ਤੇ ਉਹਨੇ ਜਦੋਂ ਇੱਥੋਂ ਬਾਹਰ ਨਿਕਲਣਾ ਨਾ ਜ਼ਲੀਲ ਹੋ ਕੇ, ਤੇ ਉਹਨੇ 100 ਬੰਦਿਆਂ ਨੂੰ ਕਹਿਣਾ ਕਿ ਯਾਰ ਇਹ ਕੰਮ ਨਾ ਕਰੋ। ਅਲੀ ਭਾਈ ਇਸ ਵਜ੍ਹਾ ਕਰਕੇ ਇਨਵੈਸਟਰ ਜਿਹੜਾ ਨਾ ਉਹ ਇੱਥੋਂ ਚਲਾ ਗਿਆ, ਉਹਦਾ ਇਤਬਾਰ ਉੱਠ ਗਿਆ, ਉਹ ਹੁਣ ਇੱਥੇ ਲੈਣਾ, ਬਲਕਿ ਆਪ ਤੇ ਪੈਸੇ ਨਹੀਂ ਲਾਏਗਾ, ਉਹ ਦੂਸਰਿਆਂ ਨੂੰ ਵੀ ਕਹੇਗਾ ਤੁਸੀਂ ਪੈਸੇ ਨਾ ਲਾਓ। ਜੀ ਬਿਲਕੁਲ ਨਾਜ਼ਰੀਨ, ਇਹ ਗੱਲ ਦੇ ਵਿੱਚ ਇਹ ਬੜਾ ਇੱਕ ਕੜਵਾ ਜਿਹਾ ਸੱਚ ਹੈਗਾ ਕਿ ਇਨਵੈਸਟਰ ਲਾਹੌਰ ਦੇ ਵਿੱਚੋਂ ਸ਼ਿਫਟ ਹੋ ਚੁੱਕਿਆ ਹੈ, ਲਾਹੌਰ ਦੇ ਵਿੱਚੋਂ ਇਨਵੈਸਟਰ ਜਾ ਚੁੱਕਿਆ ਹੈ। ਇਨਵੈਸਟਰ ਉੱਥੇ ਹੀ ਹੈ, ਲੇਕਿਨ ਉਹਨੇ ਆਪਣੀ ਇਸ ਇੰਡਸਟਰੀ ਨੂੰ ਕਿਸੇ ਦੂਸਰੀ ਇੰਡਸਟਰੀ ਦੇ ਵਿੱਚ ਸ਼ਿਫਟ ਕਰ ਲਿਆ, ਮਤਲਬ ਕਿ ਫਿਲਮ ਛੱਡ ਚੁੱਕਿਆ ਹੈ। ਸਾਡੇ ਨਾਲ ਨੇ ਜੀ ਸਿਨੇਮੈਟੋਗ੍ਰਾਫਰ ਅਲੀ ਭਾਈ, ਸਾਡੇ ਬੜੇ ਪਿਆਰ ਕਰਨ ਵਾਲੇ ਜੀ ਨੇ, ਤੇ ਮਾਸ਼ਾਅੱਲਾ ਬੜੇ ਅੱਛੇ ਪ੍ਰੋਜੈਕਟ ਵੀ ਉਹਨਾਂ ਨੇ ਕੀਤੇ ਹੋਏ ਨੇ। ਤੇ ਇਸੇ ਹਵਾਲੇ ਦੇ ਨਾਲ ਕਿ ਫਿਲਮ ਇੰਡਸਟਰੀ, ਲਾਹੌਰ ਫਿਲਮ ਇੰਡਸਟਰੀ ਕ੍ਰਾਈਸਿਸ ਦਾ ਸ਼ਿਕਾਰ ਕਿਉਂ ਹੋ गई? अली भाई तुसी ये कितने देखते जी इस सारे मामला को? मुझे यहाँ से ये लगता है कुछ टेक्निकल चीज़ें भी पड़ी हैं जो हमारे तलीमी फुकदान रहा है, हम लोगों ने भी फोकस ही नहीं किया उस चीज़ को कि टेक्नोलॉजी पे कोई किसी ने तवज्जो नहीं दी। जितने भी पुराने कैमरास पे लोग काम करते थे उसी में करते रहे, जो नई टेक्नोलॉजी को किसी ने आगे लेके नहीं चले गया, उस पर किसी मतलब आप कह रहे हैं कि अपने आप को टेक्नीशियंस ने अपग्रेड नहीं किया? हाँ, वही अपग्रेड नहीं हुआ जी जिस तरह हॉलीवुड या बॉलीवुड ने किया। दूसरी बात यह कि कोई प्रोफेशनल प्रोड्यूसर नहीं था, किसी के जो भी जिसने काम किया है वो अपने सिर्फ इंजॉय के लिए पैसे लगाए हैं, उसके बाद खत्म। एंजॉय को आप मतलब किस सिगा में रख रहे हैं? क्या एंजॉय कर रहे थे वो सबको समझ आ जाती है, लेकिन मैं बोलना नहीं चाहता, तो इस वजह से वो प्रोड्यूसर नहीं रहा। तो दूसरी बात, लोगों जो आप कह रहे हैं कि प्रोड्यूसर शिफ्ट हुआ, कुछ शिफ्ट भी हुआ कराची में, कुछ टीवी इंडस्ट्री में उससे ज़्यादा कुछ बूम बहुत आया। जैसे ही पाकिस्तानी फिल्म्स को कुछ ड्रॉन हुआ तो टीवी इंडस्ट्री थोड़ी सी बूम की, लोगों ने टीवी इंडस्ट्री में पैसे लगाने शुरू किए और उस पर प्रोडक्ट्स पे काम करना, टीवी ड्रामा पे करना, उससे मेरे ख्याल से अच्छा उनका एक अच्छा फ्यूचर बन गया। और बाकी जो डायरेक्टर्स का, कुछ डायरेक्टर्स भी ऐसे हैं कि मेरे ख्याल से जिन्होंने सही अपना कंटेंट सही शेयर नहीं किया, मतलब कि कुछ सही लिखा नहीं गया जो मेरे नज़रिए के मुताबिक। राइटिंग स्टोरी के हवाले, राइटिंग स्टोरी से भी डायरेक्टर ने भी कुछ अपनी स्क्रीन प्ले सही तरीके से नहीं किया, जिसमें वल्गर चीज़ें बहुत ज़्यादा आ गई और फैमिलीज ने चीज़ें देखना छोड़ दी हैं और लोगों को बुरा लगा कि यार ये तो बड़ी बारिश वाले गाने और फलां जो आपको समझ आ रहा कुछ, तो ये सारी चीज़ें हो गई। इस वजह से उन लोगों ने कुछ पैसे इन्वेस्टेड, बिजनेस नहीं हो सका, तो फैमिली से फिल्म्स भी देखना छोड़ दी हैं, तो ये भी एक सवाल के जुमरे में आता है। मेरे ख्याल से किसी ने इक्विपमेंट के हवाले से ना कोई अपग्रेडेशन नहीं की, और जो भी बंदा बाहर से फिल्म पढ़ के आया है
फॉर एग्जांपल आप जो नए लोग आ रहे हैं फिल्म पढ़ के, और जो हमारे कई पुराने लोग हैं उन्होंने उसको क्रिटिसाइज ही किया, मेरे को उसे अप्रिशिएट नहीं किया, तो उन एक्सेप्ट नहीं किया ना उनको। हाँ यही जुमले में कि मेरे ख्याल से उन लोगों को सीखना चाहिए था उनसे, और शायद हम आज इस स्टेज पे ना होते जहाँ स्टेज पे हम लोग हैं। और बाकी जो चीज़ें नज़र आ रही हैं सामने, मे बी के कुछ अच्छा हो, अब नए लोग कुछ आ रहे हैं, कुछ फिल्म्स बन रही हैं, लेकिन उस लेवल पर नहीं है जिस लेवल पर होनी चाहिए थी। जी बिल्कुल नाज़रीन, बात तो यही है, और इसी बात करने का मकसद यही है कि बड़े ये कड़वे सच हैं जो हमारी आवाम में से, मतलब हम भी आवाम ही हैं, आवाम में से कुछ लोग को इन सारे मामलात का पता है और कुछ लोग इनको दबाने की भी कोशिश कर रहे हैं। तो प्रोग्राम को आगे बढ़ाते हैं। आमिर भाई, अली भाई ने लास्ट मतलब पंजाबी च कह ली भी अली भाई साडे नाल ने, तो उन्होंने लास्ट ये कहा सी कि साडे ਜਿਹੜੇ ਟੈਕਨੀਸ਼ੀਅਨਸ ਨੇ ਇਹਨਾਂ ਨੇ ਆਪਣੇ ਆਪ ਨੂੰ ਅਪਗ੍ਰੇਡ ਨਹੀਂ ਕੀਤਾ। ਠੀਕ ਹੈ, ਸਾਡੇ ਇਕਵਿਪਮੈਂਟ ਸਾਰੇ ਜਿੰਨੇ ਵੀ ਵਕਤ ਦੇ ਹਿਸਾਬ ਨਾਲ ਅਪਗ੍ਰੇਡ ਹੁੰਦੇ ਰਹੇ ਨੇ, ਲੇਕਿਨ ਟੈਕਨੀਸ਼ੀਅਨਾਂ ਨੇ ਆਪਣੇ ਆਪ ਨੂੰ ਅਪਗ੍ਰੇਡ ਨਹੀਂ ਕੀਤਾ। ਇਹਦੇ 'ਚ ਕੋਈ ਸੱਚਾਈ ਹੈ ਜਾਂ ਤੁਹਾਨੂੰ ਲੱਗਦਾ ਹੈ ਕਿ ਜੀ ਉਹਨਾਂ ਨੂੰ ਅਪਗ੍ਰੇਡ ਕਰਨਾ ਚਾਹੀਦਾ ਸੀ? ਮੈਂ ਕਿ ਐਜ਼ ਅ ਟੈਕਨੀਸ਼ੀਅਨ ਆ, ਮੈਨੂੰ ਲੱਗਦਾ ਕਿ ਅਗਰ ਇਕਵਿਪਮੈਂਟ ਸਾਡਾ ਅਪਗ੍ਰੇਡ ਹੋਇਆ ਤਾਂ ਸਾਨੂੰ ਨਾਲ ਹੋਣਾ ਚਾਹੀਦਾ। ਤੁਸੀਂ ਇਸ ਹਵਾਲੇ ਨਾਲ ਕੀ ਕਹਿੰਦੇ ਜੀ? ਮੈਂ ਬਿਲਕੁਲ ਜੀ ਅਲੀ ਬਾਈ ਦੀ ਗੱਲ ਨਾਲ ਬਿਲਕੁਲ ਤਾਇਦ ਕਰਾਂਗਾ ਕਿ ਅਲੀ ਬਾਈ ਬਿਲਕੁਲ ਠੀਕ ਹੈ, ਸਾਡੇ ਟੈਕਨੀਸ਼ੀਅਨਾਂ ਨੇ ਠੀਕ ਹੈ ਵਕਤ ਦੇ ਨਾਲ ਨਹੀਂ ਚੱਲੇ। ਠੀਕ ਹੈ, ਜਿਹੜਾ ਬੰਦਾ ਵਕਤ ਦੇ ਨਾਲ ਨਹੀਂ ਚੱਲਦਾ ਉਹ ਖੁਦ ਤੇ ਪਿੱਛੇ ਰਹਿ ਜਾਂਦਾ। ਠੀਕ ਹੈ, ਔਰ ਉਹਦੇ ਪਿੱਛੇ ਚੱਲਣੇ ਵਾਲੇ ਵੀ ਪਿੱਛੇ ਰਹਿ ਜਾਂਦੇ ਨੇ। ਠੀਕ ਹੈ, ਠੀਕ ਹੈ। ਤੇ ਚूँकि ਜਿਹੜੀ ਕੋਈ ਨਵੀਂ ਟੈਕਨੋਲੋਜੀ ਆਈ ਹੈ, ਕੈਮਰਾ ਟੈਕਨੋਲੋਜੀ ਹੈ ਜਾਂ ਕਿ ਉਹ ਲਾਈਟਿੰਗ ਦੀ ਕੋਈ ਟੈਕਨੋਲੋਜੀ ਹੈ, ਠੀਕ ਹੈ, ਜਾਂ ਕੁਛ ਕੈਮਰਾ ਟੇਕਿੰਗ ਦੀਆਂ ਟੈਕਨੀਕਸ ਨੇ, ਜੀ ਜ਼ਾਹਿਰ ਠੀਕ ਹੈ, ਉਹ ਅਸੀਂ ਉਹਨਾਂ ਵਿੱਚ ਅਪਗ੍ਰੇਡ ਨਹੀਂ ਹੋਏ। ਠੀਕ ਹੈ, ਉਹ ਕੋਈ ਨਵੀਂ ਟੈਕਨੀਕ ਆਈ ਹੈ ਤੇ ਉਹਨੂੰ ਵੇਖਿਆ ਤੇ ਉਹਨੂੰ ਰਾਈ ਦਾ ਪਹਾੜ ਬਣਾ ਲਿਆ। ਠੀਕ ਹੈ, ਕਿ ਨਹੀਂ ਇਹ ਤੇ ਸਾਡੇ ਕੋਲ ਹੋਣਾ ਹੀ ਨਹੀਂ, ਜਾਂ ਉਹਨੂੰ ਫੋਲੋ ਕਰਨ ਦੀ ਕੋਸ਼ਿਸ਼ ਹੀ ਨਹੀਂ ਕੀਤੀ। ਕੋਸ਼ਿਸ਼ ਨਹੀਂ ਕੀਤੀ ਨਾ ਵੀ ਠੀਕ ਹੈ, ਜੋ ਠੀਕ ਹੈ ਅਸੀਂ ਕਰ ਰਹੇ ਹਾਂ ਉਹ ਠੀਕ ਕਰ ਰਹੇ ਹਾਂ। ਇਹਦੇ ਵਿੱਚ ਸਿਰਫ ਇੱਕ ਟੈਕਨੀਸ਼ੀਅਨ ਦਾ ਕਸੂਰ ਨਹੀਂ ਹੈਗਾ। ਠੀਕ ਹੈ, ਇਹਦੇ 'ਚ ਤੁਹਾਡੇ ਡਾਇਰੈਕਟਰ ਦਾ ਵੀ ਕਸੂਰ ਹੈ। ਤੁਹਾਡਾ ਡਾਇਰੈਕਟਰ ਜਦੋਂ ਇੱਕ ਨਵੀਂ ਥਾਟ ਨਾ ਆਏਗਾ ਨਾ, ਠੀਕ ਹੈ, ਤੇ ਫਿਰ ਟੈਕਨੀਸ਼ੀਅਨ ਨੂੰ ਬਦਲਣਾ ਪਏਗਾ। ਬਿਲਕੁਲ, ਕਿ ਜਦੋਂ ਮੈਂ ਐਜ਼ ਅ ਡੀਓਪੀ ਕੰਮ ਕਰ ਰਿਹਾ, ਠੀਕ ਹੈ, ਤੇ ਮੇਰਾ ਡਾਇਰੈਕਟਰ ਮੈਨੂੰ ਕਹਿੰਦਾ ਮੈਨੂੰ ਇਹ ਸ਼ਾਟ ਚਾਹੀਦਾ ਤੇ ਮੈਂ ਅੱਜ ਤੱਕ ਉਹ ਸ਼ਾਟ ਲਿਆ ਹੀ ਨਹੀਂ, ਤੇ ਮੈਨੂੰ ਲੈਣਾ ਪਵੇਗਾ, ਭਾਵੇਂ ਉਹਦੇ ਵਾਸਤੇ ਮੈਂ ਟਿਊਟੋਰੀਅਲ ਵੇਖਾਂ, ਭਾਵੇਂ ਮੈਂ ਕਿਸੇ ਉਸਤਾਦ ਦੀ ਜਾ ਕੇ ਗਿਰਿਆਜ਼ਾਰੀ ਕਰਾਂ। ਠੀਕ ਹੈ, ਮੈਨੂੰ ਉਹ ਚੀਜ਼ ਸਿੱਖਣੀ ਪਵੇਗੀ। ਸੈਕੰਡਲੀ ਮੈਂ ਗੱਲ ਕਰਨਾ ਕਰਾਂਗਾ ਕਿ ਸਾਡੇ ਜਿਹੜੇ ਸੀਨੀਅਰ ਸਨ, ਜਿਹੜੇ ਸਾਡੇ ਉਸਤਾਦ ਕਰਾਮ ਸਨ, ਠੀਕ ਹੈ, ਉਹਨਾਂ ਦਾ ਵੀ ਇਹਦੇ ਵਿੱਚ ਬੜਾ ਇੱਕ ਅਮਲ ਦਖਲ ਰਿਹਾ। ਠੀਕ 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 ਉਹਨਾਂ ਨੇ ਇਸ ਕੰਮ ਨੂੰ ਇੱਕ ਬਹੁਤ ਮੁਸ਼ਕਿਲ ਬਣਾ ਦਿੱਤਾ ਕਿ ਜਿਹੜੀ ਯਾਨੀ ਕਿ ਉਹਨਾਂ ਦੇ ਥੱਲੇ ਜਿਹੜੇ ਸ਼ਾਗਿਰਦ ਆਏ ਸਿੱਖਣ ਵਾਸਤੇ, ਠੀਕ ਹੈ, ਉਹਨਾਂ ਤੱਕ ਉਹਨਾਂ ਨੇ ਆਪਣਾ ਉਹ ਇਲਮ ਜਿਹਨੂੰ ਸੀਨਾ ਬਸ ਸੀਨਾ ਚੱਲਣਾ ਚਾਹੀਦਾ, ਉਹਨਾਂ ਨੇ ਆਪਣੇ ਸੀਨੇ ਦੇ ਵਿੱਚ ਰੱਖ ਕੇ ਨਾ ਤੇ ਦਫਨ ਕਰ ਦਿੱਤਾ। ਕਿਸੇ ਅੱਗੇ ਦੂਸਰੇ ਤੱਕ ਪਹੁੰਚਾਇਆ ਹੀ ਨਹੀਂ ਕਿ ਯਾਰ ਜਿਵੇਂ ਕਿ ਦਰਖਤ ਸਮਝੋ ਕਿ ਉਹ ਜਦੋਂ ਫਲਦਾਰ ਹੁੰਦਾ, ਠੀਕ ਹੈ, ਤੇ ਉਹਦਾ ਫਲ ਹੀ ਜਿਹੜਾ ਨਾ ਉਹਦਾ ਬੀਜ ਹੁੰਦਾ, ਉਹਦਾ ਫਲ ਹੀ ਉਹਦਾ ਬੀਜ ਹੁੰਦਾ। ਜੀ ਬਿਲਕੁਲ, ਫਲ ਪਕਣਾ ਹੈ ਤੇ ਉਹਦੇ ਚੋਂ ਬੀਜ ਨਿਕਲਣਾ ਹੈ ਤੇ ਉਹ ਦੁਬਾਰਾ ਤੁਸੀਂ ਪਾਉਣਾ ਹੈ ਤੇ ਉਹ ਉਹਦੀ ਉਹਦੀ ਗਰੋਥ ਹੈ। ਉਹ ਫਲ ਹੀ ਨਹੀਂ ਉਗਣ ਦਿੱਤੇ ਆਪਣੇ ਉੱਤੇ। ਉਹਨਾਂ ਉਸਤਾਦ ਕਰਾਮ ਨੇ ਫਲ ਹੀ ਨਹੀਂ ਉਗਣ ਦਿੱਤੇ। ਅੱਗੇ ਤੱਕ ਇਹ ਇਲਮ ਨੂੰ ਹੋਰ ਅੱਗੇ ਦੇਖੋ, ਟੈਕਨੋਲੋਜੀ ਨੂੰ ਅਡੋਪਟ ਕੀਤਾ ਜਾਂਦਾ, ਠੀਕ ਹੈ, ਲੇਕਿਨ ਜਿਹੜਾ ਇੱਕ ਤੁਹਾਡੇ ਅੰਦਰ ਇੱਕ ਫਨ ਹੁੰਦਾ ਹੈ, ਠੀਕ ਹੈ, ਇੱਕ ਜਿਹੜੀ ਕ੍ਰੀਏਟੀਵਿਟੀ ਹੁੰਦੀ ਹੈ, ਉਹ ਅਡੋਪਟ ਨਹੀਂ ਹੁੰਦੀ, ਉਹ ਸਿੱਖੀ ਜਾਂਦੀ ਹੈ। ਠੀਕ ਹੈ, ਉਹ ਸਿੱਖੀ ਜਾਂਦੀ ਹੈ। ਔਰ ਸਿਖਾਉਂਦਾ ਕੌਣ ਹੈ ਤੁਹਾਨੂੰ? ਤੁਹਾਡਾ ਉਸਤਾਦ। ਠੀਕ ਹੋ ਗਿਆ। ਤੇ ਮੈਂ ਉਸਤਾਦਾਂ ਦੇ ਅਗੇਂਸਟ ਗੱਲ ਨਹੀਂ ਕਰ ਰਿਹਾ, ਅੱਲਾ ਨੌਜ਼ ਬਿੱਲਾ, ਠੀਕ ਹੈ, ਉਸਤਾਦ ਨੇ, ਲੇਕਿਨ ਜ਼ਿਆਦਾਤਰ ਉਸਤਾਦ ਇਵੇਂ ਦੇ ਗੁਜ਼ਰੇ ਨੇ ਆਪਣੇ ਵਕਤ ਦੇ ਕਿ ਜਿਨ੍ਹਾਂ ਨੇ ਬਸ ਨਾ ਉਹ ਆਪਣੇ ਸੀਨੇ ਠੀਕ ਹੈ ਤੇ ਫਰੌਨੀਅਤ ਕੀਤੀ। ਸਾਡਾ ਇਹ ਬਿਲਕੁਲ ਮਾਈਂਡ ਨਹੀਂ ਹੈਗਾ ਵੀ ਕੋਈ ਵੀ ਸਾਡਾ ਸੀਨੀਅਰ ਜੀ ਸਾਡੀ ਕਿਸੇ ਵੀ ਗੱਲ ਦਾ ਮਾਈਂਡ ਨਾ ਕਰੇ, ਸਿਰਫ ਇਸ ਚੀਜ਼ ਨੂੰ ਸਮਝਣ ਦੀ ਕੋਸ਼ਿਸ਼ ਕਰੇ ਕਿ ਅਸੀਂ ਅੱਜ ਸਾਡੀ ਫਿਲਮ ਇੰਡਸਟਰੀ ਕਿੱਥੇ ਖਲੋਤੀ ਹੈ ਜਾਂ ਅਸੀਂ ਜਿਹੜੇ ਬੁਰਾਨ ਦਾ ਸ਼ਿਕਾਰ ਹੋ ਚੁੱਕੇ ਹਾਂ।
ਇਹ ਸਾਡੇ ਤੇ ਕਿਉਂ ਹੈ? ਇਹ ਚੰਦ ਮੈਂ ਪਹਿਲੇ ਅਰਜ਼ ਕੀਤੀ ਕਿ ਇਹ ਚੰਦ ਕਦੇ ਵੀ ਸੱਚ ਨੇ ਜਿਨ੍ਹਾਂ ਨੂੰ ਸਾਨੂੰ ਐਕਸੈਪਟ ਕਰਨਾ ਪਏਗਾ, ਤੇ ਜੇ ਅਗਰ ਅਸੀਂ ਇਹਨਾਂ ਨੂੰ ਐਕਸੈਪਟ ਕਰ ਲਿਆ, ਅਸੀਂ ਇਹਨਾਂ ਨੂੰ ਮੰਨ ਲਿਆ, ਤੇ ਹੋ ਸਕਦਾ ਹੈ ਕਿ ਸਾਡੀ ਬਿਹਤਰੀ ਦੀ ਤਰਫ ਅਸੀਂ ਟੁਰ ਪਈਏ ਜੇ ਸਾਡੀ ਬਿਹਤਰੀ ਆ ਜਾਵੇ। ਠੀਕ ਹੈ, ਕਿਉਂਕਿ ਉਹ ਕਹਿੰਦੇ ਨੇ ਕਿ ਮੰਨ ਜਾਣਾ ਬਹਾਦਰੀ। ਅੱਛਾ ਜੀ, ਇੱਥੇ ਟੈਕਨੀਕਲੀ ਫਾਲਟ ਦੀ ਲੜਾਈ ਛਿੜ ਪਈ ਜੀ ਹਰ ਪਾਸੋਂ, ਇੱਧਰੋਂ ਵੀ ਅਮਰ ਸਾਹਿਬ ਵੱਲੋਂ ਵੀ ਤੇ ਸਾਡੇ ਅਲੀ ਭਾਈ ਵੱਲੋਂ ਵੀ ਜਿਹੜੇ ਸਾਡੀ ਟੈਕਨੀਕਲ ਫਾਲਟ ਆ ਰਹੇ ਨੇ, ਅਸੀਂ ਇਹ ਸਮਝ ਰਹੇ ਹਾਂ ਕਿ ਟੈਕਨੀਕਲ ਫਾਲਟ ਦੀ ਹੀ ਵਜ੍ਹਾ ਨਾਲ ਅਸੀਂ ਬੁਹਰਾਨ ਦਾ ਸ਼ਿਕਾਰ ਹੋ ਰਹੇ ਹਾਂ। ਤੇ ਇਹਦੇ ਵਿੱਚ ਮੇਰਾ ਇਹ ਇੱਕ ਜ਼ਿਹਨ ਦੇ ਵਿੱਚ ਇੱਕ ਸਵਾਲ ਬੜਾ ਇਸ ਟਾਈਮ ਹਿੱਲ ਰਿਹਾ, ਮੇਰੇ ਦਿਮਾਗ ਨੂੰ ਹਿਲਾ ਰਿਹਾ ਬਾਰ-ਬਾਰ। ਪਾਕਿਸਤਾਨ ਲਾਹੌਰ ਫਿਲਮ ਇੰਡਸਟਰੀ ਦਾ ਇੱਕ ਜਿਹੜੇ ਜ਼ਵਾਲ ਦਾ ਇੱਕ ਹੋਰ ਵੀ ਪਹਿਲੂ ਹੈਗਾ, ਉਹ ਇਹ ਡਾਇਰੈਕਸ਼ਨ ਦਾ। ਤੇ ਡਾਇਰੈਕਸ਼ਨ ਦੇ ਇਤਬਾਰ ਨਾਲ ਵੀ ਮੇਰਾ ਖਿਆਲ ਹੈ ਥੋੜਾ ਜਿਹਾ ਅਸੀਂ ਇਸ ਟੌਪਿਕ ਤੇ ਵੀ ਗੱਲ ਕਰੀਏ। ਅਲੀ ਸਾਹਿਬ, ਡਾਇਰੈਕਸ਼ਨ ਦੇ ਹਵਾਲੇ ਦੇ ਇਤਬਾਰ ਨਾਲ ਤੁਸੀਂ ਕੀ ਸਮਝ ਰਹੇ ਜੇ ਵੀ ਉਹਨੂੰ ਹੀ ਅਪਗ੍ਰੇਡ ਹੋਣਾ ਚਾਹੀਦਾ ਹੈ, ਜਾਂ ਉਹਦੇ ਜਿਹੜੇ ਪੁਆਇੰਟਸ ਨੇ ਉਹਨੂੰ ਕਲੀਅਰ ਕਿਵੇਂ ਕਰਕੇ ਇੱਕ ਡਾਇਰੈਕਟਰ ਕਰ ਸਕਦਾ ਹੈ ਜਿਹਦੇ ਨਾਲ ਸਾਡੇ ਸਕਰੀਨ ਤੇ ਅੱਛੀ ਡਾਇਰੈਕਸ਼ਨ ਨਜ਼ਰ ਆਵੇ, ਜਾਂ ਉਹ ਟੈਕਨੀਕਲ ਪੁਆਇੰਟ ਹੋਰ ਅੱਛੇ ਤਰੀਕੇ ਨਾਲ ਨਜ਼ਰ ਆਉਣ ਕਿ ਜਿਹੜੇ ਅਸੀਂ ਆਪਣੇ ਵਿਊਅਰਸ ਨੂੰ ਦਿਖਾ ਸਕੀਏ, ਉਹਦੇ ਨਾਲ ਜ਼ਿਆਦਾ ਇੰਟਰਟੇਨ ਉਹ ਹੋ ਸਕਣ। ਇਸ ਹਵਾਲੇ ਨਾਲ ਤੁਸੀਂ ਕੀ ਕਹਿੰਦੇ ਜੀ? यार मुझे जहाँ तक लगता है कि जो हमारे डायरेक्शन का भी काफ़ी अमल दखल है इस फिल्म इंडस्ट्री के ज़वाल पजीर में, कि उनके डायरेक्शंस को सिर्फ कुछ सही तरीके से नहीं हो पाई। और सबसे बड़ी बात ये भी है कि डायरेक्शन जो डायरेक्टर होता है वो प्रोडक्शन मैनेजर ना हो। ये भी बड़ी बात होती है कि प्रोडक्शन डायरेक्टर सिर्फ अपनी डायरेक्शन करे, वो सारे मामला तौर ना देखे। वो प्रोडक्शन भी देखा है और बाकी सारी चीज़ों के बिल पे भी वो कर रहा है, हर चीज़ वो कर रहा है, क्योंकि प्रोड्यूसर के लिए वो बड़ा ख़तरनाक चीज़ है। प्रोड्यूसर की वजह से भी वो बड़ा थोड़ा सा अपसेट हुआ, क्योंकि जब प्रोड्यूसर आता है डायरेक्टर के पास, तो डायरेक्टर एक अपना लिमिटेड सा बजट देता है उसको, जो जिसकी वजह से प्रोड्यूसर कहता है कि ठीक है फिल्म बन जाएगी, ओके हो जाएगा। जब फिल्म और शूट जाती है या दरमियान में शूट पहुँचते हैं, तो जब प्रोड्यूसर के पास उन्हें पैसे लग चुके होते हैं और नेक्स्ट पैसे भी नहीं होते, जो बाकी हमारी फिल्म जो बन पड़ी होती हैं, जो अगर नहीं चल सकती या रिलीज़ नहीं हो सकती, उनमें फाइनेंसिंग का बड़ा मसला आता है कि वो प्रोड्यूसर के पैसे ख़त्म हो चुके होते हैं, तो डायरेक्टर की जो गलत इंफॉर्मेशन की वजह से वो कर ले जाता है। और हमारे डायरेक्टर ने कुछ कमर्शियल फिल्म को कुछ कमर्शलाइज करने की कोशिश की, वो उन्होंने तो बहुत ज़्यादा ही कमर्शलाइज कर दिया गया, जो पाकिस्तान इस्लामी कंट्री जैसे मुल्क में नहीं चल सकती थी। और उनमें कई ऑब्जेक्शंस भी लेके हमारे सेंसर बोर्ड ने भी इस तरह कई दफ़ा इस पर कुछ नुक्ते उठाए हैं, लेकिन फिर भी चली है फिल्म। लेकिन उस फिल्म चलने का फिर यही बढ़ा कि फिल्म पाकिस्तान इंडस्ट्रीज़ को इस बार पहुँच गए, और वो डायरेक्शन को स्क्रीन प्ले और बाकी स्क्रिप्ट सही तरह काम नहीं कर सके, जो मुझे जो लगा कि डायरेक्शन का यहाँ तक अमल निकल रहा है। और बाकी डायरेक्टर जो जितने भी थे मेरे ख्याल से बहुत कम पढ़े लिखे डायरेक्टर थे, जिन्होंने पढ़े लिखे डायरेक्टर थे उन्होंने बड़ी अच्छी फिल्म्स भी की हैं, और जितने पुराने हमारे डायरेक्टर थे उन्होंने बहुत अच्छी फिल्म्स भी की हैं। ये नहीं है कि सारा कसूर हम एक ही बंदे पर डाल दें और बाकियों पे ना डालें, इसमें प्रोड्यूसर डायरेक्टर सबका कसूर है, और कुछ एक्टर का भी इनमें कसूर है कि जिन्होंने सही तरह परफॉर्म नहीं कर पाए और इस साथ को लेकर नहीं चल सके। मुझे जो लगता है वो ये चीज़ है। ठीक है गाइज, बड़ी खूबसूरत गल की अली भाई ने कि एक डायरेक्टर ਨੂੰ डायरेक्टर ही होना चाहिए, ਉਹਨੂੰ ਨਾਲ प्रोडक्शन ਦਾ कोई हिसाब किताब ਉਹਦੇ ਨਾਲ नहीं होना चाहिए, या प्रोडक्शन मैनेजर ਉਹਨੂੰ नहीं चलना चाहिए। ਤੇ ਇਹ ਸਾਰੇ ਮਾਮਲਾਤ ਸਨ। ਮਤਲਬ ਅਸੀਂ ਇੱਕ ਸਮੁੰਦਰ ਨੂੰ ਕੂਜ਼ੇ 'ਚ ਬੰਦ ਕਰਨ ਦੀ ਕੋਸ਼ਿਸ਼ ਕਰਦੇ ਪਏ, ਤੇ ਚਲੋ ਇਹ ਸਾਡਾ ਜਿਹੜਾ ਹੋ ਗਿਆ ਕੁਛ ਗੱਲਾਂ ਸਨ ਜਿਨ੍ਹਾਂ 'ਤੇ ਅਸੀਂ ਰੋਸ਼ਨੀ ਪਾਈਏ ਕਿ ਇਹਨਾਂ ਗੱਲਾਂ ਦੀ ਵਜ੍ਹਾ ਤੋਂ ਜਾਂ ਇੰਨੇ ਟੈਕਨੀਕਲ ਫਾਲਟ ਦੀ ਵਜ੍ਹਾ ਤੋਂ ਅਸੀਂ ਬੁਹਰਾਨ ਦਾ ਸ਼ਿਕਾਰ ਹੋ ਗਏ ਹਾਂ। ਸਾਡੇ ਤੋਂ ਮੁਰਾਦ ਸਾਡੀ ਫਿਲਮ ਇੰਡਸਟਰੀ ਬੁਹਰਾਨ ਦਾ ਸ਼ਿਕਾਰ ਹੋ ਗਈ। ਅਸੀਂ ਚਾਹਾਂਗੇ ਕਿ ਮੇਰੇ ਜਿਹੜੇ ਕਲੀਗਸ ਨੇ ਮੇਰੇ ਨਾਲ ਜਿਹੜੇ ਟੈਕਨੀਸ਼ੀਅਨ ਨੇ, ਇਹਨਾਂ ਨੂੰ ਮਜ਼ੀਦ ਕੋਈ ਨਵਾਂ ਆਈਡੀਆ ਸਾਡੇ ਡਾਇਰੈਕਟਰਾਂ ਨੂੰ ਕੋਈ ਨਵਾਂ ਆਈਡੀਆ ਸਾਡੇ ਡਾਇਰੈਕਟਰਾਂ ਨੂੰ ਐਕਟਰਾਂ ਨੂੰ ਦੇਣ ਕਿ ਜਿਹਦੇ ਵਜ੍ਹਾ ਨਾਲ ਸਾਡੀ ਸਕਰੀਨ ਪਲੇ ਅੱਛਾ ਹੋ ਜਾਵੇ। ਪਤਾ ਕੀ ਗੱਲ ਹੈ, ਮੇਰੇ ਐਨਾਲਿਸਿਸ ਦੇ ਮੁਤਾਬਿਕ ਜਾਂ ਮੇਰੇ ਆਈਡੀਆ ਦੇ ਮੁਤਾਬਿਕ ਇੱਕ ਸਿਨੇਮਾ ਸਕਰੀਨ ਹਰ ਪ੍ਰੋਜੈਕਟ 'ਤੇ ਇੱਕ ਨਵੀਂ ਫੀਡ ਮੰਗਦੀ, ਇੱਕ ਨਵੀਂ ਖੁਰਾਕ ਮੰਗਦੀ। ਪਤਾ ਕਿ ਇੱਕ ਪੌਦੇ ਨੂੰ ਤੁਸੀਂ ਜੇ ਅਗਰ ਖਾਦ ਨਾ ਦਿਓਗੇ ਜਾਂ ਉਹਦੀ ਗੋਡੀ ਨਾ ਕਰੋਗੇ ਤਾਂ ਉਹ ਉਂਝ ਕਰਕੇ ਪ੍ਰਵਾਨ ਨਹੀਂ ਚੜ੍ਹੇਗਾ ਜਿਵੇਂ ਉਹਨੇ ਪ੍ਰਵਾਨ ਚੜ੍ਹਨਾ। ਅਤੇ ਇਸੇ ਤਰ੍ਹਾਂ ਸਾਡੀ ਫਿਲਮ ਇੰਡਸਟਰੀ, ਸਾਡੇ ਸਿਨੇਮਾਸਕੋਪ ਨੇ, ਜੇ ਅਗਰ ਇਹਨਾਂ ਨੂੰ ਉਂਝ ਕਰਕੇ ਹਰ ਪ੍ਰੋਜੈਕਟ 'ਤੇ ਨਵੀਂ ਫੀਡ
ਅੱਛੀ ਫੀਡ ਨਾ ਦਿੱਤੀ ਜਾਵੇ ਤੇ ਉਹਦੀ ਕਰਕੇ ਅਸੀਂ ਪ੍ਰੈਜ਼ੈਂਟ ਨਹੀਂ ਕਰ ਸਕਦੇ ਜਿਵੇਂ ਸਾਡਾ ਹੱਕ ਬਣਦਾ ਹੈ, ਜਾਂ ਜਿਵੇਂ ਇੱਕ ਫਿਲਮ ਦਾ ਹੱਕ ਬਣਦਾ ਹੈ ਕਿ ਅਸੀਂ ਉਹਨੂੰ ਵੇਖ ਕੇ ਜਾਂ ਸਾਡੇ ਵੀਵਰਸ ਦੇਖ ਕੇ ਉਹਨੂੰ ਫੁੱਲ ਐਂਟਰਟੇਨ ਕਰ ਸਕਣ। ਅਸੀਂ ਚਾਹਾਂਗੇ ਆਮਿਰ ਭਾਈ ਵੱਲੇ ਕਿ ਕੋਈ ਸਾਡੇ ਨਾਲ ਆਈਡੀਆ ਸ਼ੇਅਰ ਕਰਨ ਕਿ ਅਸੀਂ ਇਹ ਸਾਰੇ ਮਾਮਲਾਤ ਨੂੰ, ਜਾਂ ਆਪਣੇ ਜਿਹੜੇ ਅਸੀਂ ਜ਼ਵਾਲ ਦਾ ਸ਼ਿਕਾਰ ਹੋ ਚੁੱਕੇ ਹਾਂ, ਸਾਡੀ ਫਿਲਮ ਇੰਡਸਟਰੀ ਜ਼ਵਾਲ ਦਾ ਸ਼ਿਕਾਰ ਹੋ ਚੁੱਕੀ ਹੈ, ਕੋਈ ਇੱਕ ਜਾਂ ਦੋ ਆਈਡੀਆ ਸਾਨੂੰ ਐਸੇ ਮਿਲਣ ਕਿ ਜਿਨ੍ਹਾਂ ਨੂੰ ਅਡੋਪ ਕਰ ਸਕਣ ਸਾਡੇ ਉਹ ਜੀ ਜਿਹੜੇ ਕਿ ਅੱਲਾਹ ਪਾਕ ਉਹਨਾਂ ਨੂੰ ਹੋਰ ਇੱਜ਼ਤ ਦੇਵੇ, ਹੋਰ ਮੁਕਾਮ ਦੇਵੇ। ਅਗਰ ਉਹਨਾਂ ਨੂੰ ਮੁਕਾਮ ਮਿਲਿਆ ਤਾਂ ਸਾਡੇ ਫਿਲਮ ਇੰਡਸਟਰੀ ਨੂੰ ਮੁਕਾਮ ਹੈ ਜੀ, ਅਗਰ ਲਾਹੌਰ ਫਿਲਮ ਇੰਡਸਟਰੀ ਨੂੰ ਇਹ ਮੁਕਾਮ ਮਿਲਿਆ ਤਾਂ ਸਾਡੇ ਪਾਕਿਸਤਾਨ ਨੂੰ ਇਨਸ਼ਾਅੱਲਾ ਮੁਕਾਮ ਮਿਲੇਗਾ। ਆਮਿਰ ਭਾਈ, ਜਾਣਦੇ ਹਾਂ ਤੁਹਾਡੇ ਇੱਕ ਐਸਾ ਆਈਡੀਆ ਜਿਹੜੇ ਤੁਹਾਡੇ ਜ਼ਿਹਨ ਦੇ ਵਿੱਚ ਚੱਲ ਰਿਹਾ ਕਿ ਯਾਰ ਇਹ ਹੋਣਾ ਚਾਹੀਦਾ ਹੈ, ਇਹਦੀ ਵਜ੍ਹਾ ਨਾਲ ਸਾਡੀ ਸਕਰੀਨ ਨੂੰ ਫੀਡ ਮਿਲ ਸਕਦੀ ਹੈ, ਜਾਂ ਅਸੀਂ ਅੱਛਾ ਪਰਫਾਰਮ ਕਰ ਸਕਦੇ ਹਾਂ, ਸਾਡੇ ਐਕਟਰ, ਡਾਇਰੈਕਟਰ, ਟੈਕਨੀਸ਼ੀਅਨ ਅੱਛਾ ਪਰਫਾਰਮ ਕਰ ਸਕਦੇ ਨੇ, ਉਹ ਕੋਈ ਇੱਕ ਆਈਡੀਆ ਸਾਡੇ ਨਾਲ ਸ਼ੇਅਰ ਕਰੋ ਤੁਸੀਂ। ਅਲੀ ਭਾਈ, ਜਿਸ ਪੁਆਇੰਟ ਆਫ ਤੋਂ ਤੁਸੀਂ ਗੱਲ ਕਰ ਰਹੇ ਜੀ ਕਿ ਆਈਡੀਆ ਤੇ ਅਸੀਂ ਨੌਜ਼ੁਬੁੱਲਾ ਅਸੀਂ ਇਸ ਕਾਬਲ ਨਹੀਂ ਹੈਗੇ ਕਿ ਅਸੀਂ ਆਈਡੀਆਜ਼ ਦੇਈਏ, ਠੀਕ ਹੈ। ਅਸੀਂ ਇੱਕ ਛੋਟੇ ਜਿਹੇ ਟੈਕਨੀਸ਼ੀਅਨ, ਐਡੇ ਵੱਡੇ ਆਈਡੀਆਜ਼ ਵਗੈਰਾ ਅਸੀਂ ਨਹੀਂ ਲੋਕਾਂ ਨੂੰ ਦੱਸ ਸਕਦੇ, ਠੀਕ ਹੈ। ਲੇਕਿਨ ਇੱਕ ਅਬਜ਼ਰਵੇਸ਼ਨ ਹੈ, ਤੁਸੀਂ ਥੋੜਾ ਜਿਹਾ ਪਿੱਛੇ ਜਾਓ, ਠੀਕ ਹੈ, ਤੇ ਤੁਸੀਂ ਤਾਮਿਲ ਨੂੰ ਦੇਖ ਲਓ। ਤਾਮਿਲ ਦੇ ਹਿੱਟ ਹੋਣ 'ਚ ਕਿਹੜੀ ਚੀਜ਼ ਹੈ? VFX। ਉਹਨਾਂ ਸਿਰਫ VFX ਦਾ ਯੂਜ਼ ਕੀਤਾ। ਸਟੋਰੀਆਂ ਕਿਸੇ ਪਟਕੇ ਪੁਰਾਣੀਆਂ, ਬਿਲਕੁਲ ਬਿਲਕੁਲ, ਕੋਈ ਉਹਨਾਂ ਦੀ ਸਟੋਰੀ ਦੇ ਵਿੱਚ ਕੋਈ ਦਮ ਨਹੀਂ ਹੈਗਾ, ਕੋਈ ਉਹ ਗੱਲ ਨਹੀਂ ਹੈਗੀ ਕਿ ਯਾਰ ਕੀ ਬਾਤ ਹੈ, ਸਿਰਫ VFX ਫੜ ਲੈ। ਤਾਮਿਲ ਬਾਹੂਬਲੀ VFX ਦਾ ਮੂੰਹ ਬੋਲਦਾ ਜ਼ਰੂਰ ਹੈ, ਬਾਜ਼ਾਰ ਬੜੀ ਵੱਡੀ ਬਾਜ਼ਾਰ, ਠੀਕ ਹੈ। ਔਰ ਬੜਾ ਬਿਜ਼ਨਸ, ਬੇਸ਼ੁਮਾਰ ਬਿਜ਼ਨਸ ਕੀਤਾ ਹੈ ਉਹਨਾਂ ਨੇ। ਹਾਲਾਂਕਿ ਛੋਟਾ ਜਿਹਾ ਪ੍ਰੋਜੈਕਟ ਹੈਗਾ ਸੀ, ਇੰਨੀ ਪ੍ਰੋਡਕਸ਼ਨ ਨਹੀਂ ਹੈਗੀ, ਇੰਨੀ ਪ੍ਰੋਡਕਸ਼ਨ ਵੈਲਿਊ ਨਹੀਂ ਹੈਗੀ, ਲੇਕਿਨ ਉਹਨਾਂ ਨੇ ਕੰਮ ਬਹੁਤ ਅੱਛਾ ਕੀਤਾ। ਤੁਸੀਂ ਵੇਖ ਲਓ, ਹਾਲੀਵੁੱਡ ਦੀ ਵੇਖ ਲਓ, 300 ਸਾਰੀ ਕ੍ਰੋਮਾ ਬੇਸ ਜੀ ਹਾਂਜੀ, ਸਾਰੀ VFX। ਇਹਨਾਂ ਦੀ ਬਾਹੂਬਲੀ ਵੇਖ ਲਓ, ਸਾਰੀ VFX, ਸਾਰੀ ਕ੍ਰੋਮੇ ਦੀ, ਠੀਕ ਹੈ। ਅਸੀਂ ਅਗਰ ਇਸ ਟੈਕਨੀਕ ਨੂੰ ਫੜ ਲੈਂਦੇ ਹਾਂ, ਅਸੀਂ ਵੀ ਇੱਕ ਸਟੈਪ, ਦੋ ਸਟੈਪ, ਤਿੰਨ ਸਟੈਪ ਅੱਗੇ ਜਾ ਸਕਦੇ ਹਾਂ। ਸੈਕੰਡਲੀ, ਅਗਰ ਅਸੀਂ ਚਲੋ VFX ਨਹੀਂ ਕਰਦੇ, ਅਸੀਂ ਸਿੱਖ ਇੰਡਸਟਰੀ ਵੇਖ ਲਓ, ਆਪਣੇ ਕਲਚਰ ਨੂੰ ਪ੍ਰਮੋਟ ਕੀਤਾ ਉਹਨਾਂ ਨੇ, ਆਪਣੇ ਕਲਚਰ ਤੋਂ ਬਿਲਕੁਲ ਬਿਲਕੁਲ ਜੀ, ਹੋਰ ਕੁਝ ਵੀ ਨਹੀਂ ਉਹ ਕਰ ਰਹੇ। ਪਿੰਡਾਂ 'ਚ ਮੂਵੀਆਂ ਬਣ ਰਹੀਆਂ ਨੇ, ਠੀਕ ਹੈ। ਇੱਕ ਗ੍ਰੀਨਰੀ ਵਿਖਾ ਰਹੇ ਨੇ, ਆਪਣੇ ਕਲਚਰ ਨੂੰ ਪ੍ਰਮੋਟ ਕਰ ਰਹੇ ਨੇ, ਤੇ ਉਹ ਵੀ ਆਪ ਹੋ ਗਏ ਨੇ। ਅਸੀਂ ਕਿਹਨੂੰ ਪ੍ਰਮੋਟ ਕਰ ਰਹੇ ਹਾਂ? ਗੁੱਜਰ ਨੂੰ। ਅਸੀਂ ਆਪਣਾ ਕਲਚਰ ਦਿਖਾ ਅਸੀਂ ਰਹੇ ਗੁੱਜਰ ਨੂੰ ਪ੍ਰਮੋਟ ਕਰਨੇ ਆ ਕਿ ਜਿਹੜਾ ਪੁਲਿਸ ਨੂੰ ਜਾ ਕੇ ਮਾਰਦਾ ਧਾੜਦਾ। ਅਸੀਂ ਕਿਹਨੂੰ ਕਾਨੂੰਨ ਦੀ promote ਖਿਲਾਫ ਕਰਨਾ? ਵਰਜ਼ੀ ਦਿਖਾ ਰਹੇ ਹਾਂ। ਹਾਂਜੀ, ਅਸੀਂ ਲਾ ਕਾਨੂੰਨੀਅਤ ਵਿਖਾ ਰਹੇ ਹਾਂ ਕਿ ਸਾਡੇ ਮੁਲਕ ਦੇ ਵਿੱਚ ਲਾ ਕਾਨੂੰਨੀਅਤ ਹੈ। ਇਹ ਚੀਜ਼ ਤੁਹਾਡੀ ਜਦੋਂ ਪ੍ਰਮੋਟ ਹੋਈ ਹੈ ਤੇ ਤੁਸੀਂ ਥੱਲੇ ਜਾ ਡਿੱਗੇ ਹੋ। ਤੁਹਾਡੇ ਸਿਨੇਮਾ ਹਾਲਾਂ 'ਚ ਤੁਹਾਡੀ ਫੈਮਲੀਆਂ ਨੇ, ਅਲੀ ਭਾਈ ਨੇ ਕਿਹਾ ਫੈਮਲੀਆਂ ਨੇ ਆਉਣਾ ਬੰਦ ਕਰ ਦਿੱਤਾ। ਫੈਮਲੀਆਂ ਨੇ ਇਸ ਲਈ ਆਉਣਾ ਬੰਦ ਕਰ ਦਿੱਤਾ ਸੀ ਕਿ ਉੱਥੇ ਹੈ ਹੀ ਕੁਝ ਨਹੀਂ ਸੀ। ਉਹ ਇੱਕ ਖਾਸ ਤਬਕਾ ਸੀ ਜਿਹਨੂੰ ਉਹ ਫਿਲਮ ਪਸੰਦ ਹੁੰਦੀ ਸੀ, ਠੀਕ ਹੈ। ਔਰ ਉਹ ਤਬਕਾ ਕਿਹੜਾ ਸੀ? ਉਹ ਵਿਚਾਰਾ ਮਜ਼ਦੂਰ ਤਬਕਾ ਸੀ, ਠੀਕ ਹੈ, ਜਿਹੜਾ ਪਿੰਡਾਂ ਥਾਵਾਂ 'ਚੋਂ ਆਇਆ ਦਾ ਸੀ ਲਾਹੌਰ ਦੇ ਵਿੱਚ ਆਪਣੀ ਕਮਾਈ ਕਰਨੇ, ਜਿਹੜਾ ਕਿ ਕੀ ਕਰਦਾ ਸੀ ਸਾਰਾ ਦਿਨ, ਉਹ ਵਿਚਾਰਾ ਮਿਹਨਤ ਮਜ਼ਦੂਰੀ ਕਰਦਾ ਸੀ, ਸ਼ਾਮ ਨੂੰ ਇੰਜੋਏ ਕਰਨ ਲਈ ਉਹ ਸਿਨੇਮਾ ਹਾਲ ਪਹੁੰਚ ਜਾਂਦੇ ਸੀ। ਉਹਨਾਂ ਨੂੰ ਇਹ ਪੰਜਾਬੀ ਫਿਲਮਾਂ ਬੜੀਆਂ ਅੱਛੀਆਂ ਲੱਗਦੀਆਂ ਸਨ, ਲੇਕਿਨ ਉਹ ਖਾਸ ਤਬਕਾ ਸੀ। ਇੱਕ ਜਿਹੜਾ ਤੁਹਾਡਾ ਐਜੂਕੇਟਡ ਤਬਕਾ, ਠੀਕ ਹੈ, ਕਿ ਜਿਹਨੂੰ ਤੁਸੀਂ ਜਿਹੜਾ ਫਿਲਮ ਨੂੰ ਹੁਣ ਅੱਜ ਕੱਲ੍ਹ ਦਾ ਜਿਹੜਾ ਵਿਊਜ਼ ਹੈ ਨਾ, ਠੀਕ ਹੈ, ਤੁਸੀਂ ਉਹਦੇ ਕੋਲ ਬਚ ਨਹੀਂ ਸਕਦੇ। ਤੁਸੀਂ ਉਹਨੂੰ ਕਹੋ ਕਿ ਮੈਂ ਹੁਣ ਦੇ ਜਿਹੜੇ ਫਿਲਮ ਬੀਨ ਨੇ ਉਹ ਤੁਹਾਨੂੰ ਫੜ ਲੈਂਦੇ ਨੇ 1 ਮਿੰਟ ਤੋਂ ਪਹਿਲੇ। ਤੁਸੀਂ ਜ਼ਰਾ ਜੀ ਕੋਈ ਫੰਬਲਿੰਗ ਕਰੋ, ਤੁਹਾਨੂੰ ਫੜ ਲੈਣਗੇ। ਤੁਸੀਂ ਈਵਨ ਕਿ ਤੁਸੀਂ ਆਪਣੀ ਕੰਟੀਨਿਊਟੀ ਤੋਂ ਹਟ ਜਾਵੋ, ਤੁਹਾਨੂੰ ਫੜ ਲੈਣਗੇ ਕਿ ਯਾਰ ਥੋੜੀ ਦੇਰ ਪਹਿਲੇ ਲੈਫਟ 'ਚ ਸੀ, ਹੁਣ ਰਾਈਟ 'ਚ ਆ ਗਿਆ। ਤੁਸੀਂ ਵੇਖਦੇ ਹੋ YouTube ਤੇ ਮਿਸਟੇਕਸ, ਬੜੀ ਅੱਛੀ ਫਿਲਮ ਹੁੰਦੀ ਹੈ ਤੇ ਉਹਦੀਆਂ ਕਿੰਨੀਆਂ ਮਿਸਟੇਕ ਕੱਢ ਕੇ ਤੁਹਾਡੇ ਸਾਹਮਣੇ ਰੱਖ ਦਿੰਦੇ ਨੇ। ਉਹ ਕੌਣ ਨੇ? ਵਿਊਅਰਸ ਨੇ, ਠੀਕ ਹੈ। ਸੈਕੰਡਲੀ, ਤੁਹਾਡੇ ਕੋਲ ਉਹ ਸਕਰੀਨ ਹੀ ਨਹੀਂ ਹੈ ਜਿਹੜੀ ਸਿਨੇਮਾ ਫੀਲ ਸਕਰੀਨ ਹੁੰਦੀ ਹੈ। ਲਾਹੌਰ ਦੇ ਮਤਲਬ ਕੁਝ ਡਾਇਰੈਕਟਰ ਹੈਗੇ ਨੇ ਜਿਹਨਾਂ ਦਾ ਮੈਂ ਨਾਂ ਨਹੀਂ ਲੈਂਦਾ, ਲੇਕਿਨ ਤੁਸੀਂ ਜਦੋਂ ਵੀ ਉਹਨਾਂ ਦੀ ਮੂਵੀ ਵੇਖੋਗੇ ਨਾ, ਠੀਕ ਹੈ, ਤੇ ਤੁਹਾਨੂੰ ਹਾਲੀਵੁੱਡ ਦਾ ਟੱਚ ਨਜ਼ਰ ਆਏਗਾ।
ਜੀ ਅਲਹਮਦੁਲਿਲਾ ਜੀ ਐਸੇ ਡਾਇਰੈਕਟਰ हैं ਜੀ ਜੀ ਸਾਡੀ ਇੰਡਸਟਰੀ ਕੋਲ ਅਲਹਮਦੁਲਿਲਾ ਬੜਾ ਫਖਰੀਆ ਕਹਿੰਦੇ ਕਿ ਸਾਡੇ ਕੋਲ ਐਸੇ ਡਾਇਰੈਕਟਰ ਹਨ ਕਿ ਜਿਹੜੇ ਹਾਲੀਵੁੱਡ ਤੋਂ ਵੀ ਅੱਛਾ ਟੱਚ ਦੇ ਰਹੇ ਦੇ ਨੇ ਰਹੇ ਹਾਂਜੀ ਠੀਕ ਹੈ ਤੇ ਆਇਆ ਕਿ ਅਗਰ ਉਹ ਟੱਚ ਦੇ ਰਹੇ ਨੇ ਤੇ ਬਾਕੀ ਵੀ ਦੇ ਸਕਦੇ ਨੇ ਠੀਕ ਹੈ ਫਿਲਮ ਦੀ ਇੱਕ ਸਕਰੀਨ ਹੈ ਉਹਦੀ ਇੱਕ ਫੀਲ ਹੈ ਠੀਕ ਹੈ ਟੀਵੀ ਦੀ ਇੱਕ ਸਕਰੀਨ ਹੈ ਉਹਦੀ ਆਪਣੀ ਫੀਲ ਹੈ ਇਸ ਤਰ੍ਹਾਂ ਫਿਲਮ ਦੀ ਵੀ ਇੱਕ ਆਪਣੀ ਫੀਲ ਹੈ ਉਹ ਫੀਲ ਨੂੰ ਅਡਾਪਟ ਕਰਨਾ ਪਏਗਾ ਅਡਾਪਟ ਕਰਨਾ ਪਏਗਾ ਕਰਨਾ ਪਏਗਾ ਅਦਰਵਾਈਜ਼ ਯੂ ਕਾਂਟ ਬੀ ਸਰਵਾਈਵ ਸੱਚੀ ਗੱਲ ਹੈ, ਤੁਸੀਂ ਸਰਵਾਈਵ ਨਹੀਂ ਕਰ ਸਕਦੇ ਜੀ ਇਹਦੇ 'ਚ। ਬੜੇ ਅੱਛੇ ਦੋ ਪੁਆਇੰਟ ਦਿੱਤੇ ਨੇ ਆਮਿਰ ਭਾਈ ਨੇ ਦੋ ਇੱਕ ਜਿਹੜੇ ਹੈਗੇ ਨੇ ਇਹ ਆਈਡੀਆਜ਼ ਦਿੱਤੇ ਨੇ ਦੋ ਵੀ ਅਸੀਂ ਆਪਣੇ ਪਹਿਲਾ ਆਈਡੀਆ ਜਿਹੜਾ ਉਹਨਾਂ ਨੇ ਦਿੱਤਾ ਹੈਗਾ ਉਹ ਇਹ ਹੈ ਕਿ ਅਸੀਂ ਆਪਣੇ ਫਿਲਮ ਇੰਡਸਟਰੀ ਦੇ ਨਾਲ ਨਾਲ ਆਪਣੇ ਕਲਚਰ ਨੂੰ ਵੀ ਪ੍ਰਮੋਟ ਕਰੀਏ ਵੀ ਆਪਣੇ ਕਲਚਰ ਨੂੰ ਪ੍ਰਮੋਟ ਕਰਾਂਗੇ ਤੇ ਹੋ ਸਕਦਾ ਕਿ ਸਾਡੇ ਉਹ ਫੀਲ ਆਉਣੀ ਸ਼ੁਰੂ ਹੋ ਜਾਏ। ਦੂਸਰੀ ਗੱਲ ਹੈ ਕਿ ਅਸੀਂ ਟੈਕਨੀਕਲੀ ਫਿਲਮ ਦੇ ਵਿੱਚ VFX ਵਗੈਰਾ ਲਾ ਕੇ ਅੱਛੇ ਤਰੀਕੇ ਨਾਲ ਬੇਤਰੀਕੇ ਨਾਲ ਪ੍ਰੈਜ਼ੈਂਟ ਕਰਾਂਗੇ ਤੇ ਹੋ ਸਕਦਾ ਹੈ ਕਿ ਅਸੀਂ ਇੱਕ ਅੱਛਾ ਪ੍ਰੋਜੈਕਟ ਤਿਆਰ ਕਰਕੇ ਅੱਗੇ ਆਪਣੇ ਵਿਊਵਰਸ ਨੂੰ ਦਿਖਾ ਸਕੀਏ। ਚੱਲਦੇ ਹਾਂ ਜੀ ਅਲੀ ਭਾਈ ਵੱਲ ਵੀ ਉਹਨਾਂ ਦੇ ਵਿੱਚ ਕੋਈ ਕਿਹੜਾ ਐਸਾ ਆਈਡੀਆ ਜਿਹਦੇ ਨਾਲ ਅਸੀਂ ਆਪਣੀ इंडस्ट्री ਨੂੰ प्रमोट कर सकते हैं। मुझे जो लगता है ना मेरे ख्याल से न्यू टेक्नोलॉजी को अडॉप्ट करना बहुत ज़रूरी है इस टाइम जो फिल्म्स में कि जो आपको दिखा सके लोगों को कि यार हम ये हॉलीवुड टाइप भी हैं इसकी फ़िल्म बना सकते हैं इस तरह की फ़िल्म से बनाएं। एक तो न्यू टेक्नोलॉजी होगी दूसरी बात है कि नए लोग आए नए लोग आ रहे हैं लेकिन जो पढ़ के आ रहे हैं फिल्म और इस तरह की चीज़ें वो लोग काम कर रहे हैं लेकिन वो भी इस लेवल पे नहीं है कि जो वो उनके भी उनके एक्सपीरियंस लेवल पे नहीं है या वो उनको सीखने की बहुत ज़्यादा ज़रूरत है और वो काम करेंगे। बिल्कुल ठीक। दूसरी बात ये कि मैंने जो काम किया है जो गोरे के साथ जो मेरा एक्सपीरियंस रहा है मेरे ख्याल से वो हमसे बहुत आगे हैं जहाँ उनकी टेक्नोलॉजी को अडॉप्ट करने के लिए हमें बहुत मेहनत करनी पड़ेगी और एक मेहनत हमें ईमानदारी से काम करना है और मेहनत करनी है और नए स्क्रिप्ट पे काम करना है और नए नए आइडियाज़ पे काम जब तक हम काम नहीं करेंगे मेरे ख्याल से हम लोग इस फिल्म इंडस्ट्री को ऊपर तक नहीं उठा के लेके आ सकते। नए आइडियाज़ आए नए लोग आए नए डायरेक्टर्स आए तो फिर हम इसको बहुत अच्छे तरीके से हम आगे इंडस्ट्री को ऊपर उठा सकते हैं। ਜੀ ਨਾਜ਼ਰੀਨ ਸਾਡੇ ਨਾਲ ਆਮਰ ਭਾਈ ਸਨ ਤੇ ਅਲੀ ਭਾਈ ਸਨ ਤੇ ਉਮੀਦ ਹੈ ਕਿ ਸਾਡਾ ਜੋ ਪੈਗਾਮ ਅਸੀਂ ਤੁਹਾਡੇ ਤੱਕ ਪਹੁੰਚਾਉਣਾ ਚਾਹ ਰਹੇ ਸਾਂ ਉਹ ਪਹੁੰਚ ਚੁੱਕਿਆ ਹੋਵੇਗਾ ਤੇ ਇਹ ਸਾਡੀ ਬੜੀ ਉਮੀਦ ਹੈ ਕਿ ਸਾਡੇ ਦੇਖਣ ਵਾਲੇ ਸਾਡੇ ਚਾਹਣ ਵਾਲੇ ਇਹਨਾਂ ਵਿੱਚ ਜਿੰਨੇ ਵੀ ਲੋਕ ਸਾਡੇ ਉਸਤਾਦਾ ਇਕਰਾਮ ਜਿਹੜੇ ਬੈਠੇ ਨੇ ਜਿਹੜੇ ਸਾਡੇ ਸੀਨੀਅਰ ਨੇ ਇਹ ਸਾਡੀਆਂ ਗੱਲਾਂ ਸੁਣਨ ਤੇ ਕਾਈਂਡਲੀ ਬਗੈਰ ਗੁੱਸਾ ਕੀਤਿਆਂ ਹੋਇਆਂ ਸਾਡੀ ਇਸ ਗੱਲ ਤੇ ਜ਼ਰੂਰ ਗੌਰ ਕਰਨ ਕਿ ਸਾਡੀ ਸਿਨੇਮੈਟਿਕ ਫੀਲ ਜਿਹੜੀ ਹੈ ਉਹ ਸਾਡੀ ਸਕਰੀਨ ਤੇ ਬਰਕਰਾਰ ਰਹੇ। ਨਵੀਆਂ ਕਹਾਣੀਆਂ ਨਵੇਂ ਸਕ੍ਰਿਪਟ ਨਵੀਂ એનર્ਜੀ ਬੜੀ ਜ਼ਰੂਰੀ ਹੈ ਤੇ ਇਹ ਸਾਰੀਆਂ ਗੱਲਾਂ ਦੇ ਨਾਲ ਮੇਰੀਆਂ ਬੜੀਆਂ ਦੁਆਵਾਂ ਮੇਰੇ ਸਾਡੀ ਆਵਾਮ ਵਾਸਤੇ ਤੇ ਸਾਡੀ ਫਿਲਮ ਇੰਡਸਟਰੀ ਵਾਸਤੇ। ਪ੍ਰੋਗਰਾਮ ਦਾ ਚੁੱਕੇ ਟਾਈਮ ਖਤਮ ਹੋ ਚੁੱਕਿਆ ਹੈ ਤੇ ਅੱਜ ਦੇ ਲਈ ਸਿਰਫ ਇੰਨਾ ਹੀ ਤੇ ਨੈਕਸਟ ਪ੍ਰੋਗਰਾਮ ਦੇ ਵਿੱਚ ਇਨਸ਼ਾਅੱਲਾ ਅਸੀਂ ਆਪਣੇ ਹੋਰ ਵੀ ਗੈਸਟ ਜਿਹੜੇ ਹੈਗੇ ਨੇ ਅਸੀਂ ਬੁਲਾਵਾਂਗੇ ਆਪਣੇ ਦੋਸਤ ਅਹਿਬਾਬ ਜਿਹੜੇ ਟੈਕਨੀਸ਼ੀਅਨ ਹੋਣਗੇ ਜਿਹੜੇ ਜਿਨ੍ਹਾਂ ਦੇ ਵਿੱਚ ਐਕਟਰ ਵੀ ਹੋਣਗੇ ਜਿਨ੍ਹਾਂ ਦੇ ਵਿੱਚ ਸਾਡੇ ਡਾਇਰੈਕਟਰ ਵੀ ਹੋਣਗੇ ਉਹਨਾਂ ਨਾਲ ਵੀ ਤੁਹਾਡੀ ਮੁਲਾਕਾਤ ਕਰਵਾਵਾਂਗੇ ਇਨਸ਼ਾਅੱਲਾ। ਆਪਣੀਆਂ ਬੜੀਆਂ ਮੁਹੱਬਤਾਂ ਦੇ ਵਿੱਚ ਤੇ ਚਾਹਤਾਂ ਦੇ ਵਿੱਚ ਮੈਨੂੰ ਯਾਦ ਰੱਖਿਆ ਜੇ ਮੇਰੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਜ਼ਰੂਰ ਕਰਿਆ ਜੇ ਤੇ ਆਪਣੇ ਕਮੈਂਟ ਜ਼ਰੂਰ ਮੈਨੂੰ ਦਿਆ ਜੇ ਤੇ ਭਾਵੇਂ ਬੁਰੇ ਵੀ ਦੇ ਦਿਓ ਕੋਈ ਇਸ਼ੂ ਨਹੀਂ ਹੈਗਾ ਉਹਦੇ ਵਿੱਚ ਮੇਰੀ ਸਲਾਹ ਹੋ ਜਾਏਗੀ ਸਾਡੇ ਪ੍ਰੋਗਰਾਮ ਦੀ ਸਲਾਹ ਹੋ ਜਾਏਗੀ ਤੇ ਹੋ ਸਕਦਾ ਹੈ ਕਿ ਉਹ ਕਮੈਂਟਸ ਦੇਖ ਕੇ ਸਾਡੇ ਜਿਹੜੇ ਸੀਨੀਅਰ ਜੀ ਨੇ ਹੋ ਸਕਦਾ ਹੈ ਉਹਨਾਂ ਦੀ ਵੀ ਸਲਾਹ ਹੋ ਜਾਏ। ਅੱਜ ਦਾ ਪ੍ਰੋਗਰਾਮ ਇੱਥੇ ਇਖਤਤਾਮ ਪਜ਼ੀਰ ਹੁੰਦਾ ਹੈ ਜੀ। ਆਪਣੇ ਦੋਸਤ ਆਪਣੇ ਹੋਸਟ ਨੂੰ ਇਜਾਜ਼ਤ ਦਿਓ। ਫੀ ਅਮਾਨ ਅੱਲਾ।